जिन प्रेम कियो तिन ही प्रभ पायो। गुरु साहब ने ये नहीं कहा जिन गुरुद्वारा बनायो तिन ही प्रभ पायो, जिन मंदिर बनायो तिन ही प्रभ पायो, जिन मसीत बनायो तिन ही प्रभ पायो, बल्कि कहा जे तुसी रब नूं परमात्मा नूं अकाल पुरख नूं पाउणा चाहुंदे हो तां उसदे बनाए होए बंदिआं नाल प्रेम करो। एक सब तो पहला सवाल तो यही आऊगा सारिਆਂ ਦੇ ਮਨਾਂ ਦੇ ਵਿੱਚ ਵੀ ਤੁਸੀਂ ਮੁਸਲਿਮ ਧਰਮ ਨੂੰ ਬਿਲੋਂਗ ਕਰਦੇ ਹੋ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਕੀ ਲੋੜ ਪੈਗੀ? ਸਭ ਤੋਂ ਬੜੀ ਗੱਲ ਇਹ ਹੈ ਕਿ ਦੋਹਾਂ ਜਿਹੜੇ ਧਰਮ ਨੇ, ਸਿੱਖ ਤੇ ਇਸਲਾਮ, ਸਿੱਖ ਧਰਮ ਤੇ ਇਸਲਾਮ, ਉਹਨਾਂ ਦੋਹਾਂ ਦੀ ਜਿਹੜੀ ਜੜ ਹੈ ਉਹ ਇੱਕ ਹੈ। ਤਾਂ ਮੈਨੂੰ ਇਹ ਸਮਝ ਲਓ ਵੀ ਇੱਕ ਪਾਣੀ ਨੂੰ ਜਲ ਕਹਿ ਕੇ ਪੀ ਰਿਹਾ, ਦੂਸਰਾ ਪਾਣੀ ਵਾਟਰ ਕਹਿ ਕੇ ਪੀ ਰਿਹਾ, ਤੇ ਦੋਵੇਂ ਗੱਲ ਇੱਕ ਰੱਬ ਦੀ ਗੱਲ ਕਰਦੇ ਨੇ। ਜੇ ਤੁਸੀਂ ਦੇਖਦੇ ਹੋ ਨਾ ਤਾਂ ਇੱਕ ਓਂਕਾਰ ਤੋਂ ਸ਼ੁਰੂ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਹੈ। ਜੇ ਅਸੀਂ ਦੇਖੀਏ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਦੀ ਵਿਆਖਿਆ ਹੈ। ਇੱਧਰ ਕਿਹਾ ਗਿਆ ਲਾ ਇਲਾਹਾ ਇਲੱਲਾ, ਤੇ ਇੱਧਰ ਇੱਕ ਓਂਕਾਰ ਦੀ ਗੱਲ ਕੀਤੀ ਗਈ ਹੈ। ਸਭ ਇੱਕ ਨਾ ਪਾਕਿਸਤਾਨ ਦੇ ਵਿੱਚ ਕਾਫੀ ਘਟਨਾਵਾਂ ਹੁੰਦੀਆਂ, ਘੱਟ ਗਿਣਤੀ ਉੱਥੇ ਸਿੱਖ ਹੈਗੇ ਨੇ, ਸਿੱਖ ਕਮਿਊਨਿਟੀ ਜਿਹੜੀ ਹੈ ਉਹ ਘੱਟ ਗਿਣਤੀ ਗਿਣੀ ਜਾਂਦੀ ਹੈ, ਤਾਂ ਉਹਨਾਂ ਦਾ ਜ਼ਬਰੀ ਧਰਮ ਪਰਿਵਰਤਨ, ਲੜਕੀਆਂ ਦੇ ਨਾਲ ਨਿਕਾਹ ਕੀਤਾ ਜਾਂਦਾ। ਕੁਲ ਹੂ ਅੱਲਾਹੂ ਅਹਦ ਕਹਿ ਦਿਓ, ਐਲਾਨ ਕਰ ਦਿਓ ਔਰ ਰੱਬ ਇੱਕੋ ਇੱਕ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮੌਲਾ ਪਹਿਲਾ ਅੰਗ 350, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਉਹ ਰੱਬ ਇੱਕੋ ਇੱਕ ਹੈ। ਅੱਲਾਹੁ ਸਮਦ ਉਹ ਬੇਨਿਆਜ਼ ਹੈ, ਉਹ ਬੇਮੁਹਤਾਜ ਹੈ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਸੰਤ ਮਹੱਲਾ ਪਹਿਲਾ ਅੰਗ 119 ਤੇ ਕਿਹਾ ਗਿਆ ਹੈ ਬੇਮੁਹਤਾਜ ਬੇਅੰਤ ਅਪਾਰਾ, ਉਹ ਕਿਸੇ ਦਾ ਮੁਹਤਾਜ ਨਹੀਂ ਹੈਗਾ। ਲਮ ਯਲਿਦ ਵਲਮ ਯੂਲਦ, ਉਸਦੀ ਕੋਈ ਔਲਾਦ ਨਹੀਂ, ਨਾ ਕਿਸੇ ਦੀ ਔਲਾਦ ਹੈ, ਨਾ ਉਹਦਾ ਕੋਈ ਮਾਂ ਬਾਪ ਨੇ ਤੇ ਨਾ ਹੀ ਉਸਦੀ ਕੋਈ ਔਲਾਦ ਹੈ, ਇਹ ਕਿਹਾ ਗਿਆ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਗਿਆ ਸੂਰਤ ਮਹੱਲਾ ਪਹਿਲਾ ਅੰਗ 597 ਤੇ ਨਾ ਤਿਸ ਮਾਤ ਪਿਤਾ ਸਤ ਬੰਧਪ ਨਾ ਤਿਸ ਕਾਮ ਨਾ ਨਾਰੀ, ਉਸ ਰੱਬ ਦੇ ਨਾ ਕੋਈ ਮਾਂ ਬਾਪ ਨੇ, ਨਾ ਔਲਾਦ ਹੈ, ਨਾ ਕੋਈ ਰਿਸ਼ਤੇਦਾਰ ਨੇ, ਨਾ ਪਤਨੀ ਹੈ। ਚੌਥੀ ਜਿਹੜੀ ਹੈ ਤਾਂ ਵਲਮ ਯਕੁਨ ਲਹੁ ਕੁਫੁਵਨ ਅਹਦ, ਉਸ ਰੱਬ ਦੇ ਜੋੜ ਦਾ ਕੋਈ ਨਹੀਂ ਹੈ, ਉਸ ਜੈਸਾ ਕੋਈ ਨਹੀਂ ਹੈ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਪਹਿਲਾ ਅੰਗ 416 ਤੇ ਕਿਹਾ ਗਿਆ ਤੁਮ ਸੰਸਾਰ ਅਵਰ ਕੋ ਨਾਹੀ, ਉਸ ਦੇ ਜੋੜ ਦਾ ਕੋਈ ਨਹੀਂ ਹੈ। ਤੇ ਦੇਖੋ ਹੁਣ ਸਿਰਫ ਭਾਸ਼ਾ ਹੀ ਬਦਲੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਪ੍ਰੋ ਪੰਜਾਬ ਟੀਵੀ ਦੇਖ ਰਹੇ ਤੇ ਮੈਂ ਤੁਹਾਡੇ ਨਾਲ ਆ ਰਾਹੁਲ ਕਾਲਾ। ਮੈਂ ਅੱਜ ਤੁਹਾਨੂੰ ਉਸ ਸ਼ਖਸ ਦੇ ਨਾਲ ਮਿਲਾਉਣ ਜਾ ਰਿਹਾ ਜਿਸ ਦਾ ਨਾਮ ਡਾਕਟਰ ਨਸੀਰ ਅਖਤਰ ਹੈ। ਮੇਰੇ ਨਾਲ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਸਮਝਿਆ ਤੇ ਉਸ ਦੇ ਉੱਪਰ ਚੱਲਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਅਸੀਂ ਕੋਈ ਵੀ ਧਾਰਮਿਕ ਕਿਤਾਬ ਹੈ ਜਾਂ ਫਿਰ ਕੋਈ ਵੀ ਸਾਡਾ ਗ੍ਰੰਥ ਹੈਗਾ ਹੈ, ਅਸੀਂ ਉਸ ਨੂੰ ਪੜ੍ਹਦੇ ਹਾਂ, ਪੜ੍ਹ ਤਾਂ ਲੈਂਦੇ ਹਾਂ, ਸਮਝ ਤਾਂ ਲੈਂਦੇ ਹਾਂ, ਪਰ ਉਸ ਦੀ ਸਿੱਖਿਆ ਦੇ ਉੱਪਰ ਨਹੀਂ ਚੱਲ ਪਾਉਂਦੇ। ਤਾਂ ਡਾਕਟਰ ਸਾਹਿਬ ਮੇਰੇ ਨਾਲ ਨੇ। ਡਾਕਟਰ ਸਾਹਿਬ, ਇੱਕ ਸਭ ਤੋਂ ਪਹਿਲਾ ਸਵਾਲ ਤੇ ਇਹੀ ਆਊਗਾ ਸਾਰਿਆਂ ਦੇ ਮਨਾਂ ਦੇ ਵਿੱਚ ਵੀ ਤੁਸੀਂ ਮੁਸਲਿਮ ਧਰਮ ਨੂੰ ਬਿਲੋਂਗ ਕਰਦੇ ਹੋ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਕੀ ਲੋੜ ਪੈਗੀ? ਸਭ ਤੋਂ ਪਹਿਲਾਂ ਮੈਂ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ, ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੂਸਰੇ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੈ, ਦੇਖੋ ਜਦੋਂ ਅਸੀਂ ਇਸ ਦੇਖਦੇ ਹਾਂ ਕਿ ਸਾਡੇ ਸੰਸਾਰ ਨੂੰ ਬਣਾਉਣ ਵਾਲਾ ਇੱਕ ਰੱਬ ਹੈ, ਅਤੇ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਸਿੱਖੀ 'ਚ ਜਿਹੜੀਆਂ ਸਭ ਤੋਂ ਬੜੀ ਗੱਲ ਇਹ ਹੈ ਕਿ ਦੋਹਾਂ ਜਿਹੜੇ ਧਰਮ ਨੇ, ਸਿੱਖ ਤੇ ਇਸਲਾਮ, ਸਿੱਖ ਧਰਮ ਤੇ ਇਸਲਾਮ, ਉਹਨਾਂ ਦੋਹਾਂ ਦੀ ਜਿਹੜੀ ਜੜ ਹੈ ਉਹ ਇੱਕ ਹੈ। ਉਹ ਕਿਹੜੀ ਜੜ ਹੈ? ਉਹ ਤੌਹੀਦ ਦੀ, ਅਕਾਲ ਪੁਰਖ ਦੀ ਏਕਤਾ ਜਾਂ ਅਕੇਸ਼ਵਰਵਾਦ। ਹੁਣ ਤੁਸੀਂ ਜਿਹੜਾ ਕਲਪਨਾ ਕਰੋਗੇ ਇੱਕ ਦਰਖਤ ਹੈ ਜਿਹਦੀ ਇੱਕ ਜੜ ਹੈ ਔਰ ਅੱਗੇ ਜਾ ਕੇ ਦੋ ਸ਼ਾਖਾਂ 'ਚ ਵੱਟ ਗਈ ਤਾਂ ਕੋਈ ਫਰਕ ਨਹੀਂ ਪਿਆ, ਦੋਹਾਂ ਦੀ ਜੜ ਤਾਂ ਇੱਕ ਹੈ ਨਾ। ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਸਿੱਖ ਧਰਮ ਹੈ ਅਤੇ ਇਸਲਾਮ ਹੈ, ਇਹਨਾਂ ਦੋਹਾਂ ਦੀ ਜੜ ਤੌਹੀਦ ਹੈ, ਅਕੇਸ਼ਵਰਵਾਦ ਹੈ, ਅਕਾਲ ਪੁਰਖ ਦੀ ਏਕਤਾ ਹੈ। ਅਤੇ ਜਦੋਂ ਮੈਂ ਦੇਖਿਆ ਤਾਂ ਉਸ ਬਾਰੇ ਮੈਨੂੰ ਜਾਣਨ ਦਾ ਤਾਂਘ ਹੋਈ, ਮੈਂ ਜਾਣਨ ਦੀ ਕੋਸ਼ਿਸ਼ ਕੀਤੀ। ਅਤੇ ਕਿਉਂਕਿ ਜਿਹੜੇ ਦੋ ਧਰਮ ਐਸੇ ਜਿਹਨਾਂ ਦੀ ਜੜ ਇੱਕ ਹੋਵੇ, ਉਹਨਾਂ ਵਿੱਚ ਬਹੁਤੇ ਵਖਰੇਵੇਂ ਨਹੀਂ ਹੋ ਸਕਦੇ। ਇਸੇ ਕਰਕੇ ਦੋਹਾਂ ਦੇ ਜਿਹੜੇ ਸਿਧਾਂਤ ਨੇ ਮਿਲਦੇ ਜੁਲਦੇ ਨੇ ਬਹੁਤ ਜ਼ਿਆਦਾ। ਅਤੇ ਜਦੋਂ
ਇਹ ਕੋਸ਼ਿਸ਼ ਕੀਤੀ ਗਈ ਤਾਂ ਮੈਨੂੰ ਇਹ ਸਮਝ ਲਓ ਵੀ ਇੱਕ ਪਾਣੀ ਨੂੰ ਜਲ ਕਹਿ ਕੇ ਪੀ ਰਿਹਾ, ਦੂਸਰਾ ਪਾਣੀ ਵਾਟਰ ਕਹਿ ਕੇ ਪੀ ਰਿਹਾ, ਤੇ ਦੋਵੇਂ ਗੱਲ ਇੱਕ ਰੱਬ ਦੀ ਓ ਗੱਲ ਕਰਦੇ ਨੇ। ਇਸ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਨਾ ਚਾਹੀਦਾ ਹੈ, ਸਿੱਖੀ ਬਾਰੇ ਜਾਣਨਾ ਚਾਹੀਦਾ ਹੈ, ਤੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਪੜ੍ਹਨ ਦੀ ਯਤਨ ਕੀਤਾ ਤੇ ਉਹਨੂੰ ਸਮਝਣ ਦਾ ਵੀ ਯਤਨ ਕੀਤਾ। ਕੀ ਉਹਦੇ ਵਿੱਚ ਕੀ ਸੰਦੇਸ਼ ਕੀ ਹੈਗਾ? ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਮੂਲ ਮੰਤਰ ਤੋਂ ਹੁੰਦੀ ਹੈ। ਸਿੱਖ ਵਿਦਵਾਨ ਇੱਕ ਪ੍ਰੋਫੈਸਰ ਸ਼ੇਰ ਸਿੰਘ ਜੀ, ਉਹਨਾਂ ਦੀ ਕਿਤਾਬ ਹੈ ਗੁਰਮਤਿ ਦਰਸ਼ਨ, ਔਰ ਪੰਨਾ ਨੰਬਰ 142 ਤੋਂ ਲਿਖਦੇ ਨੇ ਵੀ ਜਿਵੇਂ ਸਿੱਖਾਂ ਮੁਸਲਮਾਨਾਂ ਦੇ ਇਹ ਵਿਸ਼ਵਾਸ ਹੈ ਕਿ ਸੂਰਤ ਫਾਤਿਹਾ ਜਿਹੜੀ ਉਹਦਾ ਵਿਸਤਾਰ ਹੈ ਪੂਰਾ ਕੁਰਾਨ ਸ਼ਰੀਫ, ਇਸੇ ਤਰ੍ਹਾਂ ਹੀ ਸਿੱਖਾਂ ਦੀ ਇਹ ਵਿਚਾਰਧਾਰਾ ਹੈ, ਇਹ ਸੋਚ ਹੈ ਕਿ ਮੂਲ ਮੰਤਰ ਦਾ ਜਿਹੜਾ ਵਿਸਤਾਰ ਹੈ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਹੁਣ ਮੂਲ ਮੰਤਰ ਜਿਹੜਾ ਹੁੰਦਾ ਹੈ ਉਹ ਸ਼ੁਰੂ ਹੁੰਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ। ਜੇ ਤੁਸੀਂ ਦੇਖਦੇ ਹੋ ਨਾ ਤਾਂ ਇੱਕ ਓਂਕਾਰ ਤੋਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਹੈ। ਜੇ ਅਸੀਂ ਦੇਖੀਏ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਦੀ ਵਿਆਖਿਆ ਹੈ। ਤੇ ਜਿਹੜਾ ਇੱਕ ਓਂਕਾਰ ਹੈ, ਇੱਕ ਸਿੱਖ ਵਿਦਵਾਨ ਹੋਏ ਨੇ ਸਰਦਾਰ ਸੁਭਨਾਭ ਸਿੰਘ, ਉਹਨਾਂ ਦਾ ਇੱਕ ਲੇਖ ਛਪਿਆ ਸੀ, ਇੱਕ ਰਸਾਲਾ ਹੈਗਾ ਜੀਵਨ ਪ੍ਰੀਤੀ, ਚੰਡੀਗੜ੍ਹ ਤੋਂ ਨਿਕਲਦਾ, ਸਤੰਬਰ 1977 'ਚ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੇ ਵਿਸ਼ਵ ਪ੍ਰਸਿੱਧ ਵਿਦਵਾਨ ਨੇ, ਅੰਗਰੇਜ਼ ਸਕਾਲਰ ਹੋਏ ਨੇ, ਮਿਸਟਰ ਮੈਕਾਲਿਫ, ਉਹਨਾਂ ਨੇ ਇੱਕ ਓਂਕਾਰ ਦਾ ਜਿਹੜਾ ਟਰਾਂਸਲੇਟ ਕੀਤਾ ਉਹ ਇਸ ਤਰ੍ਹਾਂ ਕੀਤਾ ਹੈ, ਦੇਅਰ ਇਜ਼ ਨੋ ਅਦਰ ਬਟ ਵਨ ਗੋਡ। ਇਸ ਤਰ੍ਹਾਂ ਨਾਲ ਇਹ ਲਾ ਇਲਾਹਾ ਇਲੱਲਾ ਦਾ ਲਫ਼ਜ਼ੀ ਤਰਜਮਾ ਹੈ, ਸ਼ਬਦੀ ਅਨੁਵਾਦ ਹੈ, ਇਹ ਵਰਡਲੀ ਮੀਨਿੰਗ ਹੈ ਟਰਾਂਸਲੇਸ਼ਨ। ਅਤੇ ਪੂਰਾ ਗੁਰੂ ਗ੍ਰੰਥ ਸਾਹਿਬ ਇਹਦੇ ਪਰੀ ਜਿਹੜੇ ਹੈ ਇਹਦੀ ਵਿਆਖਿਆ ਹੀ ਕਰ ਰਿਹਾ ਹੈ। ਅਤੇ ਹੁਣ ਜਦੋਂ ਦੇਖਣ 'ਚ ਆਉਂਦਾ ਹੈ ਤਾਂ ਇੱਧਰ ਕਿਹਾ ਗਿਆ ਲਾ ਇਲਾਹਾ ਇਲੱਲਾ, ਅਤੇ ਇੱਧਰ ਇੱਕ ਓਂਕਾਰ ਦੀ ਗੱਲ ਕੀਤੀ ਗਈ ਹੈ, ਅਤੇ ਇੱਕ ਓਂਕਾਰ ਦੀ ਹੀ ਵਿਆਖਿਆ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਦੇਖਣ ਨੂੰ ਮਿਲਦੀ ਹੈ। ਜਿਵੇਂ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਪਹਿਲਾ ਅੰਗ 350, ਸਾਹਿਬ ਮੇਰਾ ਏਕੋ ਹੈ ਅਵਰ ਨਹੀਂ ਭਾਈ, ਆਸਾ ਮਹੱਲਾ ਪਹਿਲਾ ਅੰਗ 420, ਅੱਲਾ ਪਾਕਨ ਪਾਕ ਹੈ ਸ਼ੱਕ ਕਰੂੰ ਜੇ ਦੂਸਰਾ ਹੋਏ, ਅੰਗ 720। ਤਾਂ ਇੱਕ ਓਂਕਾਰ ਦੀ ਹੀ, ਇੱਕ ਰੱਬ ਦੀ ਹੀ ਗੱਲ ਕੀਤੀ ਗਈ ਹੈ। ਅਤੇ ਇਸਲਾਮ ਦੀ ਜਿਹੜੀਆਂ ਸਿੱਖਿਆਵਾਂ ਨੇ ਉਹ ਵੀ ਜਿਹੜਾ ਮੁੱਢਲਾ ਵਿਸ਼ਵਾਸ ਹੈ, ਜਿਹੜਾ ਜਿਹਨੂੰ ਬੁਨਿਆਦੀ ਅਕੀਦਾ ਕਹਿੰਦੇ ਆ, ਉਹ ਇੱਕ ਰੱਬ ਦੀ ਏਕਤਾ ਹੈ। ਇਸ ਕਰਕੇ ਦੋਵਾਂ 'ਚ ਬਹੁਤ ਜ਼ਿਆਦਾ ਮੇਲ ਹੈਗਾ। ਪਰ ਦੇਖਿਆ ਜਾਵੇ ਤਾਂ ਫਿਰ ਆਸਥਾ ਜਿਹੜੀ ਹੁੰਦੀ ਆ ਉਹ ਤੇ ਆਪੋ ਆਪਣੇ ਧਰਮ ਦੇ ਨਾਲ ਜੁੜੀ ਹੁੰਦੀ ਹੈ। ਫਿਰ ਆਪਾਂ ਇਸ ਨੂੰ ਕਿਵੇਂ ਕਹਿ ਸਕਦੇ ਕਿ ਇੱਕ ਮੁਸਲਿਮ ਵਿਅਕਤੀ ਜਿਹੜਾ ਹੈ ਉਹ ਸਿੱਖ ਦੇ ਨਾਲ, ਧਰਮ ਦੇ ਨਾਲ ਜੁੜ ਜਾਵੇ, ਜਾਂ ਉਹਨਾਂ ਦਾ ਹੀ ਆਸਥਾ ਵੀ ਕੋਈ ਚੀਜ਼ ਹੁੰਦੀ ਹੈ? ਇਹਨੂੰ ਕੀ ਸਮਝਦੇ ਹੋ? ਦੇਖੋ, ਹਰ ਧਰਮ ਦੀ ਜਿਹੜੀ ਇਬਾਦਤ ਦਾ ਢੰਗ ਹੈ, ਪੂਜਾ ਪਾਠ ਦਾ, ਉਹ ਅਲੱਗ ਹੈ, ਲੇਕਿਨ ਗੱਲ ਇੱਥੇ ਅਕੀਦੇ ਦੀ ਹੈ। ਜਿਹੜੇ ਬੁਨਿਆਦੀ ਮੁੱਢਲੇ ਵਿਸ਼ਵਾਸ ਨੇ ਉਹ ਸਾਡੇ ਮਿਲਦੇ ਜੁਲਦੇ ਨੇ, ਸਿਧਾਂਤ ਨੇ ਜਿਹੜੇ ਬਹੁਤ ਸਾਰੇ ਮੇਲ ਖਾਂਦੇ ਨੇ। ਅਤੇ ਉਹਦੇ ਲਈ ਜ਼ਰੂਰੀ ਹੈ ਜਦੋਂ ਅਸੀਂ ਇੱਕ ਦੂਸਰੇ ਧਰਮ ਨੂੰ ਸਮਝਾਂਗੇ ਤਾਂ ਹੀ ਅਸੀਂ ਲੋਕਾਂ 'ਚ ਇਨਸਾਨੀ ਜੋੜ ਪੈਦਾ ਕਰ ਸਕਦੇ ਹਾਂ, ਕਿਉਂਕਿ ਧਰਮ ਜਿਹੜੇ ਹੁੰਦੇ ਨੇ ਉਹ ਤੋੜਦੇ ਨਹੀਂ, ਜੋੜਦੇ ਹੁੰਦਾ ਹੈ। ਅੱਛਾ, ਕਿੰਨਾ ਕੁ ਤੁਸੀਂ ਸਮਝਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਤੱਕ? ਮੈਂ ਜਿਹੜਾ ਦੇਖਿਆ ਵੀ ਜਿਹੜੀਆਂ ਆਮ ਜਿਹੜੀਆਂ ਇਸਲਾਮ ਦੀਆਂ ਸਿੱਖਿਆਵਾਂ ਨੇ, ਜਿਵੇਂ ਇੱਕ ਰੱਬ ਦੀ ਗੱਲ ਕੀਤੀ ਗਈ ਹੈ ਵੀ ਸੰਸਾਰ ਦਾ ਜਿਹੜਾ ਕਰਤਾ ਹੈ, ਕ੍ਰੀਏਟਰ ਹੈ, ਉਹ ਇੱਕ ਰੱਬ ਹੈ। ਅਤੇ ਇਸਲਾਮ ਦਾ ਵੀ ਇਹ ਬੁਨਿਆਦੀ ਅਕੀਦਾ ਵੀ ਇੱਕ ਰੱਬ ਹੀ ਹੈ। ਔਰ ਇਸਲਾਮ 'ਚ ਵੀ ਕਿਹਾ ਗਿਆ ਜਦੋਂ ਉਹ ਸਾਰੇ ਸੰਸਾਰ ਦਾ ਰਚਨਹਾਰ ਹੈ ਤਾਂ ਇਬਾਦਤ, ਪੂਜਾ, ਬੰਦਗੀ ਵੀ ਉਹਦੀ ਕੀਤੀ ਜਾਵੇ। ਅਤੇ ਸਿੱਖ ਧਰਮ 'ਚ ਵੀ ਇਹੀ ਕਿਹਾ ਗਿਆ ਕਿ ਉਸ ਰੱਬ ਦੀ ਹੀ ਪੂਜਾ ਕੀਤੀ ਜਾਵੇ, ਉਸ ਤੋਂ ਇਲਾਵਾ ਕਿਸੇ ਦੀ ਪੂਜਾ ਨਾ ਕੀਤੀ ਜਾਵੇ। ਇਸਲਾਮ ਨੇ ਕਿਹਾ ਕਿ ਜੋ ਤੁਸੀਂ ਇੱਥੇ ਸੰਸਾਰ 'ਚ ਹਮੇਸ਼ਾ ਰਹਿਣ ਲਈ ਨਹੀਂ ਆਏ, ਅਤੇ ਤੁਸੀਂ ਇੱਕ ਟਾਈਮ ਲਈ ਆਏ ਹੋ। ਤੁਸੀਂ ਜੋ ਕੁਛ ਕਰਦੇ ਹੋ, ਕੁਰਾਨ ਸ਼ਰੀਫ 'ਚ ਇੱਕ ਚੈਪਟਰ ਹੈ ਸੂਰਤ ਮਲਕ, ਉਹਦੀ ਆਇਤ ਨੰਬਰ ਪਹਿਲੀ ਹੈ ਸ਼ਾਇਦ, ਲਾ ਯਬਲੂਕ ਖਲਕਲ ਇਨਸਾਨ ਤਬਾਰਕ ਅੱਲਾ ਵੀ ਹਦੀਰ ਮੁਲਕ ਖਲਕਲ ਇਨਸਾਨ ਮਿਨ ਇੱਕ ਇਹ ਤਾਂ ਜਿਹਦੀ ਕਿਹਾ ਗਿਆ ਕਿ ਅਸੀਂ ਜਿਹੜਾ ਜ਼ਿੰਦਗੀ ਔਰ ਮੌਤ ਨੂੰ ਪੈਦਾ ਕੀਤਾ ਹੈ, ਇਸ ਕਰਕੇ ਕੀਤਾ ਤਾਂ ਕਿ ਦੇਖਿਆ ਜਾਵੇ ਕਿਹੜਾ ਅੱਛੇ ਕਰਮ ਕਰਕੇ ਆਉਂਦਾ ਹੈ। ਅਤੇ ਮਤਲਬ ਹੈ ਵੀ ਜੋ ਅਸੀਂ ਸੰਸਾਰ 'ਚ ਕਰ ਰਹੇ ਹਾਂ ਇਹਦਾ ਸਾਨੂੰ ਇੱਕ ਦਿਨ ਲੇਖਾ ਜੋਖਾ ਦੇਣਾ ਹੈਗਾ। ਅਤੇ ਸਿੱਖ ਧਰਮ 'ਚ ਵੀ ਇਹੀ ਕਿਹਾ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਮਕਲੀ ਸ਼ਲੋਕ ਮਹੱਲਾ ਪਹਿਲਾ ਅੰਗ 952, ਤੇ ਸਭਨਾ ਕਾ ਦਰ ਲੇਖਾ ਹੋਏ ਕਰਨੀ ਵਾਜੋ ਤਰੇ ਨਾ ਕੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਮਕਲੀ ਸ਼ਲੋਕ ਮਹੱਲਾ ਪਹਿਲਾ ਅੰਗ 953, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੀਸੀਆ ਬੈਠਾ ਕੱਢ ਬਹੀ। ਅਤੇ ਦੋਹਾਂ 'ਚ ਹੀ ਦੱਸਿਆ ਗਿਆ ਵੀ ਜੋ ਤੁਸੀਂ ਸੰਸਾਰ 'ਚ ਚੰਗੇ ਮੰਦੇ ਕਰਮ ਕਰਦੇ ਹੋ ਉਹਦਾ ਤੁਹਾਨੂੰ ਲੇਖਾ ਜੋਖਾ ਦੇਣਾ ਹੈ। ਅਤੇ ਬੁਨਿਆਦੀ ਚੀਜ਼ਾਂ ਜਿਹੜੀਆਂ ਦੋਹਾਂ ਮਿਲੀਆਂ ਜੁਲੀਆਂ ਨੇ। ਡਾਕਟਰ ਸਾਹਿਬ, ਤੁਹਾਡਾ ਵੀ ਇੱਕ ਐਕਸਪੀਰੀਅੰਸ ਹੈਗਾ, ਤੁਸੀਂ ਜਿਹੜਾ ਧਰਮ ਪਰਿਵਰਤਨ ਦੀ ਇੱਕ ਖੇਡ ਚੱਲ ਰਹੀ ਹੈ, ਜਾਂ ਫਿਰ ਇਸ ਨੂੰ ਕਹਿ ਲਵੋ ਜਿਵੇਂ ਇਲਜ਼ਾਮ ਲੱਗਦੇ ਨੇ, ਇਸ ਨੂੰ ਕਿਵੇਂ ਸਮਝਦੇ ਹੋ? ਦੇਖੋ, ਧਰਮ ਪਰਿਵਰਤਨ ਇੱਦਾਂ ਨਹੀਂ ਹੁੰਦਾ। ਮੈਂ ਜਿੱਥੇ ਤੱਕ ਇਸਲਾਮ ਦੀ ਗੱਲ ਕਰਦਾ, ਅਕਸਰ ਕਿਹਾ ਜਾਂਦਾ ਕਿ ਮੁਸਲਮਾਨਾਂ ਨੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ। ਇਸਲਾਮ 'ਚ ਇਹ 'ਚ ਗੁੰਜਾਇਸ਼ ਹੀ ਨਹੀਂ ਹੈਗੀ, ਕਿਉਂਕਿ ਜ਼ਬਰਦਸਤੀ ਇਸਲਾਮ ਲਈ ਧਰਮ ਪਰਿਵਰਤਨ ਹੋ ਹੀ ਨਹੀਂ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕੁਰਾਨ ਸ਼ਰੀਫ 'ਚ ਇੱਕ ਚੈਪਟਰ ਅਲ ਬਕਰਾ, ਉਹਦੀ ਆਇਤ ਨੰਬਰ 256, ਲਾ ਇਕਰਾਹਾ ਫਿੱਦੀਨ, ਇਸਲਾਮ 'ਚ ਜ਼ੋਰ ਜ਼ਬਰਦਸਤੀ ਜਾਂ ਧੱਕੇ ਲਈ ਕੋਈ ਥਾਂ ਨਹੀਂ ਹੈਗੀ, ਹੈ ਨਾ। ਦੂਸਰੀ ਇੱਕ ਹੋਰ ਸੂਰਤ ਹੈ, ਸੂਰਤ ਕੁਲੀਆ ਕਾਫਿਰ, ਕੁਲੀਆ
ਪੂਰੀ ਆ ਜਾਂ ਕਾਫਿਰੂਨ 'ਚ ਉਹਦੀ ਐਤ ਨੰਬਰ ਲਾਸਟ ਜਿਹੜੀ ਐਤ ਉਹ 'ਚ ਇਹ ਕਿਹਾ ਗਿਆ ਕਿ ਤੁਹਾਨੂੰ ਤੁਹਾਡਾ ਦਿਨ ਮੁਬਾਰਕ ਤੇ ਸਾਨੂੰ ਸਾਡਾ ਦਿਨ ਮੁਬਾਰਕ। ਇਸ ਲਈ ਕਿਸੇ ਨੂੰ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ। ਦੂਸਰੀ ਜਿਹੜੀ ਤੀਸਰੀ ਗੱਲ ਇਹ ਹੈ, ਅਗਰ ਕਿਸੇ ਨੂੰ ਤੁਸੀਂ ਪਰਿਵਰਤਨ ਕਰਾਉਣੇ, ਧਰਮ ਪਰਿਵਰਤਨ ਜ਼ਬਰਦਸਤੀ ਤਾਂ ਹੋ ਨਹੀਂ ਸਕਦਾ, ਮੈਂ ਦੱਸਿਆ। ਦੂਸਰਾ ਇਹ ਹੈ, ਜਿਹੜਾ ਜਦੋਂ ਧਰਮ ਪਰਿਵਰਤਨ ਕਰਨਾ ਹੁੰਦਾ ਕਿਸੇ ਵਿਅਕਤੀ ਨੇ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹ ਦਿਲ ਦੇ ਵਿਸ਼ਵਾਸ ਨਾਲ, ਜਿਹੜਾ ਕਲਮਾ ਇਸਲਾਮੀ ਕਲਮਾ ਜਿਹਨੂੰ ਕਿਹਾ ਜਾਂਦਾ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah, ਇੱਕ ਰੱਬ ਤੋਂ ਇਲਾਵਾ ਕੋਈ ਪੂਜਾ ਦੇ ਯੋਗ ਨਹੀਂ ਤੇ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਰੱਬ ਦੇ ਪੈਗੰਬਰ ਨੇ, ਇਸ ਕਲਮੇ ਨੂੰ ਜ਼ੁਬਾਨ ਤੋਂ ਪੜ੍ਹਨਾ ਔਰ ਇਹਦੇ ਅਰਥਾਂ ਨੂੰ ਜਾਣਦੇ ਹੋਏ ਪੜ੍ਹਨਾ ਔਰ ਦਿਲ ਦੇ ਵਿਸ਼ਵਾਸ ਨਾਲ ਪੜ੍ਹਨਾ। ਤੁਸੀਂ, ਮੈਂ ਅਕਸਰ ਕਹਿਣਾ ਹੁੰਦਾ, ਮੇਰੇ ਗਰਦਨ 'ਤੇ ਗਨ ਪੁਆਇੰਟ 'ਤੇ ਜਾਂ ਮੇਰੀ ਗਰਦਨ 'ਤੇ ਤਲਵਾਰ ਰੱਖਤਾ ਤੇ ਮੈਨੂੰ ਕਿਹਾ ਕਲਮਾ ਪੜ੍ਹੋ, ਤੇ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਮੈਨੂੰ ਦਿਲੋਂ ਪੜ੍ਹਿਆ? ਦੁਨੀਆ 'ਚ ਕੋਈ ਐਸਾ ਥਰਮਾਮੀਟਰ ਤਾਂ ਬਣੇ ਤੁਸੀਂ ਮੂੰਹ 'ਚ ਲਾ ਕੇ ਦੇਖ ਲਓ ਦਿਲੋਂ ਪੜ੍ਹ ਰਿਹਾ, ਕੋਈ ਉੱਪਰੋਂ ਪੜ੍ਹ ਰਿਹਾ। ਜਦੋਂ ਕਿਸੇ ਬੰਦੇ ਨੇ ਦਿਲੋਂ ਕਲਮਾ ਪੜ੍ਹਿਆ ਹੀ ਨਹੀਂ, ਦਿਲੋਂ ਇਸ ਚੀਜ਼ ਨੂੰ ਕਬੂਲ ਹੀ ਨਹੀਂ ਕੀਤਾ, ਤਾਂ ਮੁਸਲਮਾਨ ਹੋ ਨਹੀਂ ਸਕਦਾ। ਫਿਰ ਐਸਾ ਮੁਸਲਮਾਨ ਬਣਾਉਣ ਦਾ ਕੀ ਫਾਇਦਾ? ਤੇ ਇਸ ਲਈ ਧਰਮ ਪਰਿਵਰਤਨ ਜ਼ਬਰਦਸਤੀ ਨਹੀਂ ਕਰਾਇਆ ਜਾ ਸਕਦਾ। ਅਗਰ ਕਿਸੇ ਨੂੰ ਕੋਈ ਸਿੱਖਿਆਵਾਂ ਅੱਛੀਆਂ ਲੱਗਦੀਆਂ ਨੇ, ਉਹਨੂੰ ਉਹਦੀਆਂ ਟੀਚਿੰਗ ਨੂੰ ਮਹਿਸੂਸ ਕਰਦਾ, ਉਹ ਆਪਣੇ ਦਿਲ ਤੋਂ ਰਾਜ਼ੀ ਹੁੰਦਾ, ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਦਬਾਅ ਤੋਂ, ਤਾਂ ਹੀ ਉਹ ਧਰਮ ਪਰਿਵਰਤਨ ਇਸਲਾਮ 'ਚ ਆ ਸਕਦਾ, ਵਰਨਾ ਧਰਮ ਪਰਿਵਰਤਨ ਨਹੀਂ ਇਸਲਾਮ 'ਚ ਹੋ ਸਕਦਾ। ਡਾਕਟਰ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿੱਚ ਕਾਫੀ ਘਟਨਾਵਾਂ ਹੁੰਦੀਆਂ, ਘੱਟ ਗਿਣਤੀ ਉੱਥੇ ਸਿੱਖ ਹੈਗੇ ਨੇ, ਸਿੱਖ ਕਮਿਊਨਿਟੀ ਜਿਹੜੀ ਹੈ ਉਹ ਘੱਟ ਗਿਣਤੀ ਗਿਣੀ ਜਾਂਦੀ ਹੈ, ਤਾਂ ਉਹਨਾਂ ਦਾ ਜ਼ਬਰੀ ਧਰਮ ਪਰਿਵਰਤਨ, ਲੜਕੀਆਂ ਦੇ ਨਾਲ ਨਿਕਾਹ ਕੀਤਾ ਜਾਂਦਾ, ਇਸ ਬਾਰੇ ਤੁਹਾਡਾ ਕੀ ਹੈਗਾ? ਦੇਖੋ, ਇਹ ਮੁੱਦਾ ਐਸਾ ਹੈ ਸਾਡੇ ਪੜੋਸ ਦਾ। ਪਤਾ ਕੀ ਗੱਲ ਹੈ, ਅਕਸਰ ਉਰੇ ਵੀ, ਉੱਥੇ ਨਹੀਂ ਹੁੰਦਾ, ਮਰੇ ਕੋਲ ਵੀ ਬਹੁਤ ਸਾਰੇ ਮੁਸਲਮਾਨ ਲੜਕੀਆਂ ਨੇ ਹਿੰਦੂਆਂ ਨਾਲ ਸ਼ਾਦੀ ਕਰੀ ਹੈ, ਸਿੱਖਾਂ ਨਾਲ ਸ਼ਾਦੀ ਕਰੀ ਹੈ, ਤਾਂ ਉਹਦੇ ਮਾਪੇ ਕੀ ਕਹਿਣਗੇ ਕਿ ਸਾਡੀ ਕੁੜੀ ਨੂੰ ਅਗਵਾ ਕਰ ਲਿੱਤਾ ਗਿਆ, ਹੈ ਨਾ, ਇਹੀ ਹੁੰਦਾ ਨਾ, ਤੇ ਜ਼ਬਰਦਸਤੀ ਸ਼ਾਦੀ ਕਰ ਲੇਗੀ। ਇੱਕ ਨੌਜਵਾਨ ਲੜਕੀ 18-20 ਸਾਲ ਦੀ, ਉਹਨੂੰ ਜ਼ਬਰਦਸਤੀ ਕੌਣ ਲਿਜਾ ਸਕਦਾ ਨਾ। ਤੇ ਇਹ ਉਰੇ ਵੀ ਜਦੋਂ ਮਾਪੇ ਵੱਲੋਂ ਕੰਪਲੇਂਟ ਕਰਾਈ ਜਾਂਦੀ ਪੁਲਿਸ, ਚਾਹੇ ਲੜਕੀ ਆਪ ਭੱਜ ਗਈ ਹੋਵੇ ਘਰੋਂ, ਜ਼ੇਵਰਾਤ ਵੀ ਲੈ ਕੇ ਜਾਂਦੀ ਹੈ, ਤਾਂ ਉਹ ਲਿਖਾਇਆ ਜਾਂਦਾ ਸਾਡੀ ਕੁੜੀ ਨੂੰ ਅਗਵਾ ਕਰ ਲਿੱਤਾ ਗਿਆ। ਅਕਸਰ ਇਹ ਅੱਜ ਜਿਹੜਾ ਮਾਹੌਲ ਹੈ ਉਹ ਬੜਾ ਖੁੱਲ੍ਹਾ ਮਾਹੌਲ ਹੈ। ਜਿਹੜਾ ਮਾਡਰਨ ਜਿਹੜਾ ਟੈਕਨੋਲੋਜੀ ਹੈ, ਮੋਬਾਈਲ ਵਗੈਰਾ, ਇਹਨੇ ਬਹੁਤ ਜ਼ਿਆਦਾ ਨੇੜਤਾ ਕਰ ਦਿੱਤੀ ਹੈ, ਲੋਕਾਂ ਨੂੰ ਆਪਸ ਵਿੱਚ ਹੀ ਕੰਟੈਕਟ ਹੋ ਜਾਂਦੇ ਨੇ, ਫਿਰ ਉਹ ਇੱਕ ਦੂਜੇ ਨਾਲ ਸ਼ਾਦੀ ਕਰਾ ਲੈਂਦੇ ਨੇ। ਤਾਂ ਹੁਣ ਇਹ ਮਾਂ-ਬਾਪ ਲਈ ਜਾਂ ਸਮਾਜ ਲਈ ਬੜੀ ਪਰੇਸ਼ਾਨੀ ਦੀ ਗੱਲ ਹੁੰਦੀ ਜੇ ਲੜਕੀ ਜਾਂਦੀ ਹੈ ਨਾ, ਫਿਰ ਉਹਨੂੰ ਜ਼ਬਰੀ ਧਰਮ ਪਰਿਵਰਤਨ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਸਾਡੇ ਉਰੇ ਬਹੁਤ ਸਾਰੇ, ਮੇਰੇ ਕੋਲ ਬਹੁਤ ਸਾਰੀਆਂ ਮੁਸਲਿਮ ਲੜਕੀਆਂ ਨੇ ਜਿਨ੍ਹਾਂ ਨੇ ਹਿੰਦੂ ਲੜਕਿਆਂ ਨਾਲ ਜਾਂ ਸਿੱਖ ਲੜਕਿਆਂ ਨਾਲ ਸ਼ਾਦੀ ਕਰਾ ਲਈ ਹੈ, ਤੇ ਉਹਨਾਂ ਦੇ ਮਾਂ-ਬਾਪ ਪੁਲਿਸ 'ਚ ਵੀ ਗਏ, ਲੇਕਿਨ ਜਦੋਂ ਲੜਕੀ ਬਿਆਨ ਦਿੰਦੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਹੋਈ ਹਾਂ, ਤਾਂ ਉਹਨੂੰ ਜ਼ਬਰਦਸਤੀ ਨਹੀਂ ਕਿਹਾ ਜਾ ਸਕਦਾ। ਔਰ ਹੁੰਦਾ ਇਹੀ ਹੈ, ਜਦੋਂ ਵੀ ਲੜਕੀ ਭੱਜਦੀ ਹੈ ਤਾਂ ਉਹਦੇ ਮਾਂ-ਬਾਪ ਵੱਲੋਂ ਇਹੀ ਕੰਪਲੇਂਟ ਕਰਾਈ ਜਾਂਦੀ ਹੈ ਕਿ ਸਾਡੀ ਕੁੜੀ ਨੂੰ ਅਗਵਾ ਕਰ ਲਿੱਤਾ ਗਿਆ। ਸਹਿਮਤੀ ਨਾਲ ਕੁਝ ਵੀ ਹੋ ਸਕਦਾ। ਸਹਿਮਤੀ ਨਾਲ ਹੁੰਦਾ, ਅਕਸਰ ਹੁੰਦਾ। ਅੱਜ ਤਾਂ ਬਹੁਤ ਮਾਡਰਨ ਯੁੱਗ ਹੈ। ਹੁਣ ਆਪ ਦੇਖਦੇ ਹਾਂ ਫੇਸਬੁੱਕ 'ਤੇ ਲੜਕੀ USA ਦੀ ਹੈ, ਇੰਗਲੈਂਡ ਦੀ ਹੈ, ਤੇ ਇੰਡੀਆ ਦੇ ਬਹੁਤ ਸਾਰੇ ਲੜਕੇ ਨੇ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ, ਫਿਰ ਉਹ ਸ਼ਾਦੀ ਕਰਾ ਕੇ ਲੈ ਜਾਂਦੇ ਨੇ। ਹੁਣ ਆਪਾਂ ਜ਼ਬਰਦਸਤੀ ਨਾਲ ਨਹੀਂ ਕਹਿ ਸਕਦੇ ਨਾ। ਡਾਕਟਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀ ਪੜ੍ਹਨਾ? ਤਕਰੀਬਨ 22 ਸਾਲ ਹੋ ਗਏ, 20-22 ਸਾਲ। ਤੇ ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਜਿੰਨਾ ਕੁ ਵੀ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਜਿਹੜੇ ਵੱਡੇ ਬਜ਼ੁਰਗ ਨੇ, ਗ੍ਰੰਥੀ ਨੇ, ਸਿੰਘ ਸਾਹਿਬਾਨ ਨੇ, ਉਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਮੈਨੂੰ ਇਹੀ ਸਮਝ ਆਇਆ ਕਿ ਕੋਈ ਵੀ ਧਰਮ ਤੋੜਦਾ ਨਹੀਂ ਹੈ, ਜੋੜਦਾ ਹੈ। ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ, ਪਿਆਰ ਸਿਖਾਉਂਦਾ ਹੈਗਾ। ਅਗਰ ਕੋਈ ਚੀਜ਼ ਸਾਨੂੰ ਸਾਡੇ ਵਿਚਕਾਰ ਨਫ਼ਰਤ ਪਾ ਰਹੀ ਹੈ, ਸਾਡੇ ਵਿਚਕਾਰ ਤੋੜ ਪੈਦਾ ਕਰ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਬਲਕਿ ਅਧਰਮ ਹੈ, ਅਧਰਮ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਅਤੇ ਸਾਨੂੰ ਇੱਕ ਦੂਸਰੇ ਦੇ ਨੇੜੇ ਜਾਣ ਦੀ ਲੋੜ ਹੈ, ਇੱਕ ਦੂਜੇ ਨੂੰ ਧਰਮ ਦੀ ਸਮਝਣ ਦੀ ਲੋੜ ਹੈ, ਤਾਂ ਕਿ ਅਸੀਂ ਇਨਸਾਨੀਅਤ ਜਿਹੜੀ ਅੱਜ ਚੌਹਾਂ ਪਾਸੇ ਸਾਡੇ ਭਾਰਤ 'ਚ, ਦੇਸ਼ 'ਚ, ਜਿਹੜਾ ਬੜਾ ਅਮਨ ਵਾਲਾ ਮੁਲਕ ਸੀ, ਉਹਦੇ ਵਿੱਚ ਚੌਹਾਂ ਪਾਸੇ ਨਫ਼ਰਤ ਦੀ ਅੱਗ ਫੈਲਾਈ ਜਾ ਰਹੀ ਹੈ। ਅਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਉਸ ਨਫ਼ਰਤ ਦੀ ਅੱਗ 'ਤੇ ਕੋਈ ਪਿਆਰ ਦਾ ਪਾਣੀ ਪਾਵੇ। ਅਸੀਂ ਸੋਚਿਆ ਵੀ ਅਸੀਂ ਕਿਉਂ ਨਾ ਹੋਈਏ, ਤਾਂ ਕਿ ਉਹਦੇ ਵਿੱਚ ਪਿਆਰ ਦਾ ਪਾਣੀ ਪਾ ਕੇ ਲੋਕਾਂ 'ਚ ਪਿਆਰ ਮੁਹੱਬਤ ਪੈਦਾ ਕੀਤੀ ਜਾ ਸਕੇ। ਬਾਕੀ ਇਹ ਸਿਆਸੀ ਲੋਕਾਂ ਦੇ ਹੁੰਦੇ ਨੇ, ਉਹ ਧਰਮ ਦੇ ਨਾਮ 'ਤੇ, ਕੌਮਾਂ ਦੇ ਨਾਮ 'ਤੇ ਲੋਕਾਂ ਨੂੰ ਲੜਾਉਂਦੇ ਨੇ ਆਪਣੇ ਸਿਆਸੀ ਮੁਫਾਦ ਹਾਸਲ ਕਰਨ ਲਈ। ਇਹ ਸ਼ੁਰੂ ਤੋਂ ਹੁੰਦਾ ਆਇਆ, ਕਿਉਂਕਿ ਜਿਹੜੇ ਸ਼ਾਸਕ ਹੁੰਦੇ ਨੇ, ਸ਼ਾਸਕ ਹਾਕਮ, ਉਹ ਹਮੇਸ਼ਾ ਧਰਮ ਨੂੰ ਇਸਤੇਮਾਲ ਕਰਦੇ ਨੇ ਆਪਣੀ ਹੁਕੂਮਤ ਲਈ। ਅਤੇ ਪਹਿਲਾਂ ਵੀ ਇਹੀ ਹੁੰਦਾ ਰਿਹਾ, ਆਪਣੇ ਮੁਫਾਦ ਲਈ ਇਸਤੇਮਾਲ ਕਰਦੇ ਨੇ, ਅੱਜ ਵੀ ਉਹੀ ਹੋ ਰਿਹਾ ਹੈ। ਜਿਹੜੇ ਹਾਕਮ ਨੇ ਉਹ ਧਰਮ ਦਾ ਸਹਾਰਾ ਲੈ ਕੇ ਲੋਕਾਂ ਨੂੰ ਲੜਾਉਂਦੇ ਨੇ ਅਤੇ ਆਪਣੀ ਕੁਰਸੀ ਜਾਂ ਆਪਣੀ ਹੁਕੂਮਤ ਹਾਸਲ ਕਰਦੇ ਨੇ। ਸਭ ਇੱਕ ਕਿਸਾਨੀ ਅੰਦੋਲਨ ਵੀ ਕਾਫੀ ਚੱਲਿਆ ਸੀ, ਤੁਹਾਡਾ ਵੀ ਅਸੀਂ ਦੇਖਿਆ ਸੀ ਯੋਗਦਾਨ ਹੈਗਾ ਹੈ, ਉਸ ਨੂੰ ਫਿਰ ਕਿਸ ਐਂਗਲ ਨਾਲ ਤੁਸੀਂ ਦੇਖਿਆ ਜਿਹੜਾ ਮਦਦ ਲਈ ਪਹੁੰਚੇ? ਦੇਖੋ, ਮੈਂ ਅਕਸਰ ਦੇਖਦਾ ਜਿਹੜਾ ਕਿਸਾਨ ਹੁੰਦਾ ਹੈ, ਜਦੋਂ ਉਹ ਆਪਾਂ ਦੇਖਦੇ ਹਾਂ ਵੀ ਆਪਣਾ ਲਹੂ ਪਸੀਨਾ ਇੱਕ ਕਰਕੇ, ਮਿੱਟੀ ਨਾਲ ਮਿੱਟੀ ਹੋ ਕੇ ਦੇਸ਼ ਦੇ ਸਾਰੇ ਇਨਸਾਨਾਂ ਲਈ ਅਨਾਜ ਪੈਦਾ ਕਰਦਾ ਹੈ। ਉਹ ਤਾਂ ਕਦੇ ਨਹੀਂ ਦੇਖਦਾ ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਦੂਸਰੇ ਧਰਮ ਦਾ ਹੈ, ਇਹ ਦੂਸਰੀ ਕੌਮ ਦਾ ਹੈ, ਅਤੇ ਸਾਰੇ ਇਨਸਾਨਾਂ ਲਈ ਅਨਾਜ ਪੈਦਾ ਕਰਦਾ ਹੈ। ਅਤੇ ਜਦੋਂ ਉਹ ਕਿਸਾਨ 'ਤੇ ਸੰਕਟ ਆਇਆ, ਅਤੇ ਮੈਨੂੰ ਇਹ ਲੱਗਿਆ, ਸਾਨੂੰ ਇਹ ਲੱਗਿਆ, ਸਾਡੀ ਸੰਸਥਾ ਨੂੰ ਇਹ ਲੱਗਿਆ ਵੀ ਇਹ ਕਿਸਾਨੀ ਅੰਦੋਲਨ ਹੀ ਹੈ,
ਇਹ ਤਾਂ ਇਨਸਾਨੀ ਅੰਦੋਲਨ ਹੈ, ਇਹਨੂੰ ਕਿਸਾਨੀ ਅੰਦੋਲਨ ਨਹੀਂ ਕਿਹਾ ਜਾ ਸਕਦਾ। ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੌਣ ਹੈ ਤਾਂ ਸਾਨੂੰ ਵੀ ਚਾਹੀਦਾ ਅਸੀਂ ਆਪਣੇ ਕਿਸਾਨ ਨਾਲ ਖੜੇ ਹੋਈਏ। ਇਸੇ ਮਕਸਦ ਨੂੰ ਮੁੱਖ ਰੱਖ ਕੇ ਮੈंने ਉਹ ਕਿਹਾ ਕਈ ਵਾਰੀ ਆਪਣੀ ਇੰਟਰਵਿਊ 'ਚ ਵੀ ਇਹ ਕਿਸਾਨੀ ਅੰਦੋਲਨ ਨਾ ਕਹੋ, ਇਹ ਇਨਸਾਨੀ ਅੰਦੋਲਨ ਹੈ, ਸਾਰੇ ਇਨਸਾਨ ਨਾਲ ਜੁੜੇ ਹੋਏ ਨੇ। ਤੇ ਸਾਡੀ ਸੰਸਥਾ ਪਹੁੰਚੀ ਉੱਥੇ ਬਾਰਡਰ ਤੇ, ਸਾਲ ਭਰ ਸਾਡੀ ਸੰਸਥਾ ਵੱਲੋਂ ਸਿੱਖ ਮੁਸਲਿਮ ਸਾਂਝਾ ਵੱਲੋਂ ਕਿਸਾਨਾਂ ਲਈ ਲੰਗਰ ਚੱਲਦਾ ਰਿਹਾ। ਰਹਿਣ ਬਸੇਰਾ ਬਣਾਇਆ ਗਿਆ ਇੱਕ, ਜਿਹਦੇ ਵਿੱਚ ਕਿਸਾਨ ਵੀਰ ਆ ਕੇ 100 ਦੇ ਕਰੀਬ ਰਹਿ ਸਕਦਾ ਸੀ। ਅਸੀਂ ਸਰਦੀਆਂ 'ਚ ਕੰਬਲ ਵਗੈਰਾ ਦਾ ਇੰਤਜ਼ਾਮ ਕੀਤਾ, ਗੱਦੇ ਵਗੈਰਾ ਰੱਖੇ ਤੇ ਉੱਥੇ ਰਹਿائش ਦਾ ਵੀ ਇੰਤਜ਼ਾਮ ਕੀਤਾ ਤੇ ਅਸੀਂ ਲੰਗਰ ਵੀ ਇੱਕ ਸਾਲ ਉਹਨਾਂ ਨੂੰ ਵਰਤਾਇਆ। ਫਾਊਂਡੇਸ਼ਨ ਤੁਸੀਂ ਚਲਾਈ ਹੋਈ ਹੈ ਸਿੱਖ ਮੁਸਲਿਮ ਸਾਂਝਾ, ਇਹਦਾ ਮੋਟਿਵ ਕੀ ਹੈਗਾ ਔਰ ਕਿੱਥੇ ਕਿੱਥੇ ਤੱਕ? ਹਾਂ, ਇਹ ਥੋੜਾ ਬੜਾ ਅੱਛਾ ਸਵਾਲ ਕੀਤਾ ਹੈ। ਦੇਖੋ ਮੈਨੂੰ ਕਈ ਲੋਕਾਂ ਨੇ ਪੁੱਛਿਆ ਵੀ ਤੁਸੀਂ ਇਹਦੇ ਵਿੱਚ ਹਿੰਦੂ ਜਾਂ ਦਲਿਤ ਜਾਂ ਈਸਾਈ ਕਿਉਂ ਨਹੀਂ ਲੋਏ ਹਨ। ਦੇਖੋ ਇੱਕ ਇੱਕ ਬਾਪ ਦੇ 3 ਪੁੱਤਰ ਨੇ, 2 ਪੁੱਤਰਾਂ 'ਚ ਲੜਾਈ ਹੋ ਗਈ ਤਾਂ ਸੁਲ੍ਹਾ ਕਿਹਨਾਂ 'ਚ ਕਰਾਵਾਂਗੇ? ਏ ਔਰ ਬੀ 'ਚ ਲੜਾਈ ਹੋਈ ਹੈ, ਸੀ ਨਾਲ ਤਾਂ ਕੋਈ ਝਗੜਾ ਹੀ ਨਹੀਂ ਹੈਗਾ। ਇਸ ਤਰ੍ਹਾਂ ਹੀ ਸਾਡੇ ਜਿਹੜੇ ਇਤਿਹਾਸ ਨੂੰ ਅੰਗਰੇਜ਼ ਦੌਰ ਜਦੋਂ ਆਇਆ ਉਹਨਾਂ ਨੇ ਬਹੁਤ ਸਾਰੀ ਰਲਗੜ ਕੀਤੀ, ਇਤਿਹਾਸ ਵਿੱਚ ਬਹੁਤ ਸਾਰੀ ਰਲਗੜ ਕੀਤੀ, ਜਿਨ੍ਹਾਂ ਕਰਕੇ ਸਾਡੀਆਂ ਆਉਣ ਵਾਲੀਆਂ ਨਸਲਾਂ 'ਚ ਨਫ਼ਰਤ ਪੈਦਾ ਹੋ ਗਈ। ਬਹੁਤ ਸਾਰੀਆਂ ਮਿਥਿਹਾਸਿਕ ਘਟਨਾਵਾਂ, ਬਹੁਤ ਸਾਰੀਆਂ ਮਿਥਿਹਾਸਿਕ ਸਾਖੀਆਂ ਜੋੜ ਦਿੱਤੀਆਂ ਗਈਆਂ ਤਾਂ ਕਿ ਇਹਨਾਂ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਨਾ ਹੋਣ ਦਿੱਤਾ ਜਾਵੇ। ਦੋਨੇ ਥੋੜ੍ਹੀਆਂ ਮਾਰਸ਼ਲ ਕੌਮਾਂ ਸੀਆਂ ਅਤੇ ਉਹ ਇਤਿਹਾਸ ਨੇ ਜਾ ਕੇ ਸਾਡੇ ਅੰਦਰ ਜਾ ਕੇ ਨਫ਼ਰਤ ਪਾਤੀ। ਇਸ ਕਰਕੇ ਹਿੰਦੂ ਭਰਾਵਾਂ ਨਾਲ ਸਾਡਾ ਕੋਈ ਝਗੜਾ ਹੀ ਨਹੀਂ, ਕੋਈ ਲੜਾਈ ਹੋਣੀ ਸੀ, ਇਤਿਹਾਸ ਤਾਂ ਇਹਨਾਂ 'ਚ ਬਦਲਿਆ ਗਿਆ। ਇਸੇ ਕਰਕੇ ਇਸ ਜੋ ਸ਼ੁਰੂ ਕੀਤਾ ਗਿਆ ਸੀ ਉਸ ਵੇਲੇ ਕੋਈ ਇੱਦਾਂ ਦੀ ਪ੍ਰੋਗਰਾਮ ਨਹੀਂ ਥਾ, ਇਤਿਹਾਸ ਪਰ ਕੰਮ ਕੀਤਾ ਗਿਆ ਸੀ ਤਾਂ ਕਿ ਉਹ ਇਤਿਹਾਸ ਜਿਹੜੀਆਂ ਝੂਠੀਆਂ ਘਟਨਾਵਾਂ ਜੁੜੀਆਂ ਗਈਆਂ ਨੇ, ਮਿਥਿਹਾਸਿਕ ਗੱਲਾਂ ਜੁੜੀਆਂ ਗਈਆਂ ਨੇ, ਉਹਨਾਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ। ਕਿਉਂਕਿ ਸਾਨੂੰ ਹੁਣ ਤੱਕ ਤਸਵੀਰ ਦਾ ਇੱਕ ਰੁੱਖ ਦਿਖਾਇਆ ਜਾਂਦਾ ਰਿਹਾ ਹੈ, ਮਿਥਿਹਾਸਿਕ ਰੁੱਖ। ਇਤਿਹਾਸਿਕ ਰੁੱਖ ਸਾਡੇ ਅੱਖਾਂ ਉਹਲੇ ਰੱਖਿਆ ਗਿਆ ਤੇ ਸਾਡੀ ਕੋਸ਼ਿਸ਼ ਇਹ ਸੀ ਵੀ ਇਤਿਹਾਸਕ ਰੂਪ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਤਾਂ ਕਿ ਉਹ ਸੱਚਾਈ ਨੂੰ ਜਾਣ ਸਕਣ ਔਰ ਲੋਕਾਂ ਜਿਹੜੇ ਕੁੜੱਤਨਾਂ ਨੇ, ਜਿਹੜੇ ਭਰਮ ਭੁਲੇਖੇ ਪਏ ਨੇ, ਉਹ ਦੂਰ ਹੋ ਸਕਣ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜਾ ਸਾਂਝੀ ਵਾਲਤਾ ਦੇ ਸੰਦੇਸ਼ ਦੇ ਉੱਪਰ ਚੱਲੇ ਹੋਏ ਹੋ ਇਹ ਕਾਮਯਾਬ ਹੋਵੇ। हाँ, मैं ਤੁਹਾਨੂੰ अपनी गल करांगा। उनका जो काम है, मैं अक्सर ये शेयर कहना हुन्ना खत्म होना, उनका जो काम है वो अहले सियासत जाने। सियासी लोगों का काम होता धर्म के नाम पर, कौम के नाम पर बंडियाँ पाना। उनका जो काम है वो अहले सियासत जाने। मेरा पैगाम मुहब्बत है जहाँ तक पहुँचे। साਡਾ ਤਾਂ पैगाम मुहब्बत है, मुहब्बत ਦੇ ਸੰਦੇਸ਼ ਨੂੰ ਲੈ ਕੇ ਚੱਲੇ ਹਾਂ ਅਸੀਂ। ਧੰਨਵਾਦ। ਬਹੁਤ ਬਹੁਤ ਧੰਨਵਾਦ। ਤਾਂ ਬਿਲਕੁਲ ਇੱਕ ਸੰਦੇਸ਼ ਹੈ ਕਿ ਅਸੀਂ ਇਸ ਸਮਾਜ ਦੇ ਵਿੱਚ ਰਹਿੰਦੇ ਹਾਂ, ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਰਹਿੰਦੇ ਹਾਂ, ਫਿਰ ਅਸੀਂ ਵੰਡੀਆਂ ਕਾਹਦੀਆਂ ਪਾਈਆਂ ਹੋਈਆਂ। ਜਿਵੇਂ ਡਾਕਟਰ ਸਾਹਿਬ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਹੈ, ਸਮਝਿਆ, 22 ਸਾਲਾਂ ਤੋਂ ਤਕਰੀਬਨ ਇਸ ਰਾਹ ਦੇ ਉੱਪਰ ਚੱਲੇ ਹੋਏ ਨੇ, ਤਾਂ ਆਖਰ ਕੇ ਨਤੀਜਾ ਹੀ ਨਿਕਲਦਾ ਕਿ ਰੱਬ ਇੱਕ ਹੀ ਹੈ। ਤਾਂ ਇਸ ਰੱਬ ਇੱਕ ਨੂੰ ਅਸੀਂ ਮੰਨਣ ਦੇ ਲਈ ਅਲੱਗ-ਅਲੱਗ ਰਾਹ ਬਣਾਏ ਹੋਏ ਹੈ, ਵਿਸ਼ਵਾਸ ਹੈ। ਕੈਮਰਾ ਪਰਸਨ ਸੁਰਿੰਦਰ ਦੇ ਨਾਲ ਰਾਹੁਲ ਕਾਲਾ, ਪ੍ਰੋ ਪੰਜਾਬ ਟੀਵੀ, ਮਲੇਰਕੋਟਲਾ।